ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 336 ਤੋਂ ਲੈ ਕੇ 338 ਤੱਕ ਸਵਾਇਮਾਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ। ਪਰਮਾਤਮਾ ਦਾ ਕੋਟਾਨ ਕੋਟ ਸ਼ੁਕਰ ਆ ਜੋ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖ ਕੇ ਆਪ ਵਿੱਚ ਵਿਚਰਦਿਆਂ ਹੋਇਆਂ ਗੁਰਬਾਣੀ ਦੀਆਂ ਵਿਚਾਰਾਂ ਕਰਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਕਰਨ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਦਾ, ਸੱਚੇ ਪਾਤਸ਼ਾਹ ਜੀ ਦਾ। ਹਾਂਜੀ ਸੰਗਤ ਜੀ, ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਗੌੜੀ ਜਿਉਂ ਕੱਪ ਕੇ ਕਰ ਮੁਸਟ ਚਨਨ ਕੀ, ਲੁਬਧ ਨ ਤਿਆਗ ਦਿਓ। ਜੋ ਜੋ ਕਰਮ ਕੀਏ ਲਾਲਚ ਸਿਉ, ਤੇ ਫਿਰ ਗਰੈ ਪਰਿਓ। ਹਾਂਜੀ ਸੰਗਤ ਜੀ, ਭਗਤ ਕਬੀਰ ਜੀ ਕਹਿੰਦੇ ਨੇ, ਜਿਸ ਤਰ੍ਹਾਂ ਆਪਾਂ ਕੱਲ੍ਹ ਗੱਲ ਕੀਤੀ ਸੀ ਨਾ ਵੀ ਜਿਹੜਾ ਬਾਂਦਰ ਹੁੰਦਾ ਨਾ, ਉਹ ਛੋਲਿਆਂ ਦੀ ਜਿਹੜੀ ਲੋਕ ਉਹਨੂੰ ਫੜਨਾ ਚਾਹੁੰਦੇ ਨੇ, ਛੋਲੇ ਭੁੱਜੇ ਹੋਏ ਇੱਕ ਕੁੱਜੇ 'ਚ ਪਾ ਕੇ ਰੱਖ ਦਿੰਦੇ ਨੇ ਮਿੱਟੀ ਦੇ ਵਿੱਚ ਥੋੜ੍ਹੇ ਜਿਹੇ ਉੱਪਰ ਨੂੰ ਕਰਕੇ। ਤਾਂ ਜਦੋਂ ਉਹ ਪਹਿਲਾਂ ਤਾਂ ਉਹਦੀ ਮੁੱਠੀ ਖੁੱਲ੍ਹੀ ਹੁੰਦੀ ਆ, ਪਾਉਂਦਾ ਉਹਦੇ ਵਿੱਚ ਕੁੱਜੇ 'ਚ ਹੱਥ, ਫਿਰ ਜਦੋਂ ਮੁੱਠੀ ਭਰਦਾ, ਮੁੱਠੀ ਬੰਦ ਕਰਦਾ, ਫਿਰ ਉਹ ਕੁੱਜੇ 'ਚੋਂ ਨਿਕਲਦਾ ਨਹੀਂ ਹੈਗਾ। ਫਿਰ ਉਹ ਦਾਣੇ ਛੱਡਣਾ ਨਹੀਂ ਚਾਹੁੰਦਾ ਛੋਲਿਆਂ ਦੇ, ਅਤੇ ਉਹ ਇਸੇ ਕਰਕੇ ਫਿਰ ਉਹ ਨਾ ਉਹਦਾ ਹੱਥ ਨਿਕਲਦਾ ਅਤੇ ਨਾ ਉਹ ਕੁੱਜੀ ਹੇਠਾਂ ਦੱਬੀ ਹੁੰਦੀ ਹੈ ਮਿੱਟੀ 'ਚੋਂ, ਨਾ ਉਹ ਨਿਕਲਦੀ ਹੈ। ਫਿਰ ਉਹ ਫੜਿਆ ਜਾਂਦਾ। ਫਿਰ ਜਿਹੜੇ ਉਹਨੂੰ ਫੜਨਾ ਚਾਹੁੰਦੇ ਨੇ ਉਹ ਇਹਨੂੰ ਫੜ ਲੈਂਦੇ ਨੇ। ਕਹਿੰਦੇ ਵੀ ਉਹ ਛੋਲਿਆਂ ਦੇ ਲਾਲਚ ਵਿੱਚ ਉਹ ਫੜਿਆ ਜਾਂਦਾ, ਕਾਬੂ 'ਚ ਆ ਜਾਂਦਾ। ਇਸ ਤਰ੍ਹਾਂ ਹੀ ਕਹਿੰਦੇ ਜੀਵ ਹੈ। ਜੀਵ ਕਹਿੰਦੇ ਜੋ ਜੋ ਲਾਲਚ ਵਸ ਹੋ ਕੇ ਕਰਮ ਕਰਦਾ ਹੈ, ਉਹੀ ਫਿਰ ਕਹਿੰਦੇ ਕਰਮ ਨੇ ਬੰਧਨ ਰੂਪੀ ਜੰਜੀਰ ਬਣ ਕੇ ਇਹਦੇ ਗਲ 'ਚ ਪੈਂਦੇ ਨੇ। ਭਗਤ ਬਿਨ ਬਿਰਥੇ ਜਨਮ ਗਿਓ, ਸਾਧ ਸੰਗਤ ਭਗਵਾਨ ਭਜਨ ਬਿਨ, ਕਹੀ ਨਾ ਸੱਚ ਰਿਹੋ ਰਹਾਓ। ਕਹਿੰਦੇ ਭਗਤੀ ਤੋਂ ਬਿਨਾਂ ਜੀਵ ਦਾ ਜਨਮ ਵਿਅਰਥ ਜਾ ਰਿਹਾ। ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕੀਤੀ, ਉਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਨਹੀਂ ਹੋ ਸਕਦਾ। ਜਿਉਂ ਉਦਿਆਨ ਕੁਸਮ ਪ੍ਰਫੁੱਲਤ, ਕਿਨੇ ਨਾ ਕਰਾਓ ਲਿਓ। ਤੈਸੇ ਪ੍ਰਮਤ ਅਨੇਕ ਜੋਨ ਮੈਂ, ਫਿਰ ਫਿਰ ਕਾਲ ਹਿਓ। ਕਹਿੰਦੇ ਜਿਸ ਤਰ੍ਹਾਂ ਜੇ ਇੱਕ ਕੋਈ ਫੁੱਲ ਬੀਆਬਾਨ ਦੇ ਵਿੱਚ, ਉਜਾੜ ਦੇ ਵਿੱਚ ਕਹਿੰਦੇ ਖਿੜਦਾ ਹੈ, ਤਾਂ ਕੋਈ ਉਹਦੀ ਸੁਗੰਧੀ ਨਹੀਂ ਲੈ ਸਕਦਾ। ਫਿਰ ਉਹ ਖਿੜਦਾ ਹੈ ਅਤੇ ਵਿਅਰਥ ਹੀ ਕਿਸੇ ਨੂੰ ਸੁਗੰਧੀ ਦਿੱਤੇ ਬਿਨਾਂ ਮੁਰਝਾ ਜਾਂਦਾ ਹੈ। ਇਸ ਤਰ੍ਹਾਂ ਹੀ ਕਹਿੰਦੇ ਜੀਵ ਆ, ਜੇ ਕਹਿੰਦੇ ਪਰਮਾਤਮਾ ਦਾ ਨਾਂ ਨਹੀਂ ਲੈਂਦਾ, ਪਰਮਾਤਮਾ ਦੇ ਨਾਂ ਤੋਂ ਬਿਨਾਂ ਕਹਿੰਦੇ ਬਹੁਤ ਜੂਨੀਆਂ ਦੇ ਵਿੱਚ ਭਰਮਦਾ ਫਿਰਦਾ ਹੈ। ਜਨਮ ਹੁੰਦਾ ਮੌਤ ਹੁੰਦੀ, ਜਨਮ ਹੁੰਦਾ ਮੌਤ ਹੁੰਦੀ ਆ। ਇਸ ਚੱਕਰ 'ਚ ਪਿਆ ਹੈ ਪਰਮਾਤਮਾ ਦਾ ਨਾਮ ਲੈਣ ਤੋਂ ਬਿਨਾਂ। ਯਾ ਤਨ ਜੋਬਨ ਅਰ ਸੁਤ ਦਾਰਾ, ਪੇਖਨ ਕੋ ਜੋ ਦਿਓ। ਤਿਨਹੀ ਮਾਹੇ ਅਟਕ ਜੋ ਉਰਜੈ, ਇੰਦਰੀ ਪ੍ਰੇਰ ਲਿਓ। ਕਹਿੰਦੇ ਜੀਵ ਨੂੰ ਜੀਵਨ ਨਿਰਵਾਹ ਲਈ ਪਰਮਾਤਮਾ ਨੇ ਧਨ, ਜੋਬਨ, ਪੁੱਤਰ, ਇਸਤਰੀ ਸਭ ਦਿੱਤੇ ਸੀਗੇ। ਪਰ ਕਹਿੰਦੇ ਇਹਨਾਂ ਦੇ ਪ੍ਰੇਮ ਦੇ ਵਿੱਚ ਅਟਕ ਕੇ ਗਿਆਨ ਇੰਦਰੀਆਂ ਨੂੰ ਉਲਟੇ ਪਾਸੇ ਦੁਨੀਆ ਦੇ ਵਿੱਚ ਲਾ ਕੇ ਕਹਿੰਦੇ ਇਹਨਾਂ ਵਿੱਚ ਹੀ ਅਟਕ ਕੇ ਰਹਿ ਗਿਆ, ਉਹਦਾ ਨਾਂ ਲਿਆ ਹੀ ਨਹੀਂ। ਔਦ ਅਨਲ ਤਨ ਤਿਨ ਕੋ ਮੰਦਰ, ਚੌਹਦਿਸ ਚਾਰ ਠਾਠ ਠਿਓ। ਔਦ ਅਨਲ ਤਨ ਤਿਨ ਕੋ ਮੰਦਰ, ਚੌਹਦਿਸ ਠਾਠ ਠਿਓ। ਕਹਿ ਕਬੀਰ ਭੈ ਸਾਗਰ, ਤਰਨ ਕੋ ਮੈਂ ਸਤਿਗੁਰ ਓਟ ਲਿਓ। ਕਬੀਰ ਜੀ ਇੱਕ ਬੜਾ ਹੀ ਸੋਹਣਾ ਨਕਸ਼ਾ ਬੰਨ੍ਹਦੇ ਨੇ। ਉਹ ਕਹਿੰਦੇ ਇਨਸਾਨ ਦਾ ਜੀਵਨ ਇਸ ਤਰ੍ਹਾਂ ਹੈ ਅਤੇ ਇਸ ਤਰ੍ਹਾਂ ਵਕਤ ਭੱਜਿਆ ਜਾ ਰਿਹਾ ਹੈ, ਅਤੇ ਇੰਨੀ ਮਤਲਬ ਭਿਆਨਕ ਮਤਲਬ ਚੀਜ਼ ਬਣਾਈ ਹੋਈ ਹੈ ਜੀਵ ਨੇ ਪਰਮਾਤਮਾ ਦਾ ਨਾਂ ਲੈਣ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ। ਕਹਿੰਦੇ ਉਹ ਇਸ ਤਰ੍ਹਾਂ ਹੈ ਜਿਵੇਂ ਕਹਿੰਦੇ ਵੀ ਕੱਖਾਂ ਦਾ ਘਰ ਬਣਿਆ ਹੋਵੇ ਅਤੇ ਉਹਨੂੰ ਅੱਗ ਲੱਗੀ ਹੋਵੇ, ਵੀ ਉਹਦੇ ਵਿੱਚ ਜੀਵ ਬੈਠਾ ਹੋਵੇ ਆਪਣੇ ਆਪ। ਕੱਖਾਂ ਦਾ ਘਰ ਬਣਿਆ, ਅੱਗ ਲੱਗੀ ਹੋਈ ਹੈ ਅਤੇ ਜੀਵ ਉਹਦੇ ਵਿੱਚ ਆਰਾਮ ਨਾਲ ਬੈਠਾ।
ਫਿਰ ਦੇਖੋ ਕਹਿੰਦੇ ਵੀ ਕਿਸ ਤਰ੍ਹਾਂ ਦਾ ਦ੍ਰਿਸ਼ ਆ। ਇਹ ਦ੍ਰਿਸ਼ ਕਹਿੰਦੇ ਜੀਵ ਨੇ ਬਣਾਇਆ ਹੋਇਆ ਆਪਣੀ ਜ਼ਿੰਦਗੀ ਦਾ, ਉਹਦਾ ਨਾਮ ਜਪਣ ਤੋਂ ਬਿਨਾਂ। ਪਰ ਕਬੀਰ ਜੀ ਕਹਿੰਦੇ ਨੇ, ਕਹਿ ਕਬੀਰ ਪੈ ਸਾਗਰ ਤਰਨ ਕੋ, ਮੈਂ ਸਤਿਗੁਰ ਓਟ ਲਿਓ। ਕਬੀਰ ਜੀ ਕਹਿੰਦੇ ਮੈਂ ਤਾਂ ਇਸ ਜਿਹੜਾ ਭਵਜਲ ਹੈਗਾ ਸਾਗਰ, ਸੰਸਾਰ ਰੂਪੀ ਸਾਗਰ ਦਾ ਭਵਜਲ ਆ, ਕਿਉਂਕਿ ਇਹ ਵਿਕਾਰਾਂ ਨਾਲ ਭਰਿਆ ਹੋਇਆ ਤਾਂ ਇਸ ਕਰਕੇ ਇਹਨੂੰ ਭਵਜਲ ਕਹਿੰਦੇ ਨੇ। ਕਹਿੰਦੇ ਵੀ ਮੈਂ ਤਾਂ ਸਤਿਗੁਰ ਦੀ ਓਟ ਲੈ ਲਈ ਆ ਵੀ ਇਹਦੇ ਚੋਂ ਨਿਕਲਣ ਦੇ ਲਈ। ਗੌੜੀ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮੈਂ ਨਾਹੀ ਕਛ ਆਹੇ ਨ ਮੋਰਾ, ਤਨ ਤਨ ਸਭ ਰਸ ਗੋਬਿੰਦ ਤੋਰਾ ਰਹਾਓ। ਫਿਰ ਭਗਤ ਜੀ ਕਹਿੰਦੇ ਨੇ ਵੀ ਜੇ ਸਾਡਾ ਸਰੀਰ ਕਿਵੇਂ ਦਾ ਬਣਿਆ ਹੋਇਆ, ਕਹਿੰਦੇ ਪਿਤਾ ਦਾ ਕਹਿੰਦੇ ਗੰਦਾ ਪਾਣੀ ਆ, ਮਾਤਾ ਦੀ ਕਹਿੰਦੇ ਰਕਤ ਵਾਲੀ ਧਰਤੀ ਆ। ਉੱਥੇ ਕਹਿੰਦੇ ਸਾਡੀ ਪਰਮਾਤਮਾ ਨੇ ਸਾਡੀ ਇਹ ਜਿਹੜੀ ਸਰੀਰ ਆ, ਸਰੀਰ ਦੀ ਮਿੱਟੀ ਕਹਿੰਦੇ ਇਹ ਜੋੜੀ ਆ। ਕਹਿੰਦੇ ਵੀ ਮੇਰਾ ਕੁਛ ਵੀ ਨਹੀਂ ਹੈਗਾ, ਤਨ ਧਨ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ। ਕਹਿੰਦੇ ਮੇਰਾ ਤਾਂ ਸਿਰਫ ਇਹੀ ਆ ਜੋ ਪਰਮਾਤਮਾ ਦੇ ਨਾਮ ਦਾ ਰਸ ਆ। ਕਹਿੰਦੇ ਉਹ ਵੀ ਉਹੀ ਦਿੰਦਾ ਸਭ ਕੁਝ, ਤਨ ਧਨ ਸਭ ਰਸ ਗੋਬਿੰਦ ਤੋਰਾ। ਕਹਿੰਦੇ ਤੇਰਾ ਨਾਮ ਦਾ ਰਸ ਵੀ, ਇਹ ਸਭ ਕੁਝ ਕਹਿੰਦੇ ਤੇਰਾ ਹੀ ਆ। ਇਸ ਮਾਟੀ ਮਹਿ ਪਵਨ ਸਮਾਇਆ, ਝੂਠਾ ਪਰਪੰਚ ਜੋਰ ਚਲਾਇਆ। ਇਸ ਮਾਟੀ ਮਹਿ ਪਵਨ ਸਮਾਇਆ, ਝੂਠਾ ਪਰਪੰਚ ਜੋਰ ਚਲਾਇਆ। ਕਹਿੰਦੇ ਜਿਹੜਾ ਇਹ ਸਾਡਾ ਸਰੀਰ ਰੂਪੀ ਮਿੱਟੀ ਆ, ਕਹਿੰਦੇ ਇਹਦੇ ਵਿੱਚ ਸਵਾਸਾਂ ਰੂਪੀ ਕਹਿੰਦੇ ਪਵਨ ਚੱਲ ਰਹੀ ਆ। ਪਰ ਕਹਿੰਦੇ ਉਹਦਾ ਕਿੰਨਾ ਕੁ ਭਰੋਸਾ ਹੈਗਾ ਉਸ ਪਵਨ ਦਾ। ਕਹਿੰਦੇ ਉਹਦੇ ਸਹਾਰੇ 'ਤੇ ਜੀਵ ਨੇ ਕਹਿੰਦੇ ਕਿਸ ਤਰ੍ਹਾਂ ਕਹਿੰਦੇ ਪਸਾਰਾ ਫੈਲਾਇਆ ਹੋਇਆ ਸੰਸਾਰ ਦੇ ਵਿੱਚ, ਵੀ ਆਪਣੇ ਪੈਰ ਪਸਾਰ ਕੇ ਬੈਠਾ। ਕਿਨਹੂ ਲਾਖ ਪਾਂਚ ਕੀ ਜੋਰੀ, ਅੰਤ ਕੀ ਬਾਰ ਗਗਰੀਆ ਫੋਰੀ। ਕਹਿੰਦੇ ਕਿਸੇ ਨੇ 5 ਲੱਖ ਜੋੜ ਲਏ, ਕਹਿੰਦੇ ਫਿਰ ਕੀ ਹੋਇਆ, ਅੰਤ ਨੂੰ ਤਾਂ ਕਹਿੰਦੇ ਵੀ ਜਦੋਂ ਲਿਜਾਂਦੇ ਨੇ ਜੀਵ ਨੂੰ, ਮਰੇ ਹੋਏ ਨੂੰ ਆਪਣੇ ਸ਼ਮਸ਼ਾਨ ਘਾਟ 'ਚ, ਕਹਿੰਦੇ ਅੰਤ ਨੂੰ ਤਾਂ ਕੀ ਹੁੰਦਾ ਵੀ ਤੇਰੇ ਲਈ ਤੇਰੇ ਰਿਸ਼ਤੇਦਾਰਾਂ ਨੇ ਇੱਕ ਮਿੱਟੀ ਦੀ ਕਹਿੰਦੇ ਵੀ ਘੜਾ ਹੀ ਫੋੜਿਆ ਤੇਰੇ ਲਈ, ਵੀ ਜੇ 5 ਲੱਖ ਵੀ ਤੂੰ ਜੋੜ ਕੇ ਚੱਲਿਆ ਸੀ, ਨਾਲ ਤਾਂ ਨਹੀਂ ਲੈ ਕੇ ਚੱਲਿਆ। ਕਹਿ ਕਬੀਰ ਇੱਕ ਨੀਵ ਉਸਾਰੀ, ਖਿਨ ਮੈਂ ਬਿਨ ਸਜਾਏ ਅਹੰਕਾਰੀ। ਕਹਿੰਦੇ ਜੀਵ ਕੀ ਕਰਦਾ ਸਾਰੇ ਸਮਾਂ ਆਪਣੀ ਜ਼ਿੰਦਗੀ 'ਚ ਆਪਣੇ ਸਰੀਰ ਦੀ ਕਹਿੰਦੇ ਨੀਂਹ ਕਹਿੰਦੇ ਉਸਾਰਦਾ ਰਹਿੰਦਾ, ਵੀ ਇਹਦੀ ਦੇਖਭਾਲ ਕਰਦਾ ਰਹਿੰਦਾ। ਕਹਿੰਦੇ ਵੀ ਇਹ ਗਰਵ ਕਰਨ ਵਾਲੇ ਜੀਵ, ਕਹਿੰਦੇ ਇਹ ਇੱਕ ਪਲ ਦੇ ਵਿੱਚ ਖਤਮ ਹੋਣ ਵਾਲਾ ਸਰੀਰ ਆ ਤੇਰਾ। ਗੌੜੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਕਹਿੰਦੇ ਹੇ ਜੀਵ ਪਰਮਾਤਮਾ ਦਾ ਕਹਿੰਦੇ ਨਾਮ ਇਸ ਤਰ੍ਹਾਂ ਜਪੀਏ ਜਿਵੇਂ ਧਰਲੂ ਤੇ ਪ੍ਰਹਲਾਦ ਨੇ ਜਪਿਆ। ਫਿਰ ਕਹਿੰਦੇ ਹੇ ਪਰਮਾਤਮਾ ਸਾਡੇ 'ਤੇ ਮੇਰੇ 'ਤੇ ਮਿਹਰ ਕਰ, ਕਹਿੰਦੇ ਵੀ ਉਸ ਤਰ੍ਹਾਂ ਅਸੀਂ ਪਰਮਾਤਮਾ ਤੇਰਾ ਨਾਮ ਜਪ ਸਕੀਏ ਜਿਸ ਤਰ੍ਹਾਂ ਭਗਤ ਧਰਲੂ ਤੇ ਪ੍ਰਹਲਾਦ ਨੇ ਜਪਿਆ ਜੋ ਅਮਰ ਹੋ ਗਏ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ ਰਹਾਓ। ਕਹਿੰਦੇ ਹੇ ਪਰਮਾਤਮਾ ਜੀ ਦੀਨਾਂ 'ਤੇ ਦਿਆਲ ਕਰਨ ਵਾਲੇ, ਗਰੀਬਾਂ 'ਤੇ ਦਇਆ ਕਰਨ ਵਾਲੇ, ਕਹਿੰਦੇ ਤੇਰੇ ਭਰੋਸੇ ਦੇ ਵਿੱਚ ਕਹਿੰਦੇ ਮੈਂ ਆਪਣੇ ਜਿਹੜੇ ਸਾਰੇ ਗਿਆਨ ਇੰਦਰੇ ਨੇ ਕਹਿੰਦੇ ਹੁਣ ਉਹ ਕਹਿੰਦੇ ਤੇਰੀ ਸਿਫਤ ਸਲਾਹ ਕਰਨ 'ਚ ਲਾ ਲੈਣੇ ਮੈਂ। ਜਾ ਤਿਸ ਭਾਵੇ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਕਹਿੰਦੇ ਜਦੋਂ ਪਰਮਾਤਮਾ ਨੂੰ ਭਾਉਂਦਾ ਹੈ ਤਾਂ ਪਰਮਾਤਮਾ ਕਿਸੇ ਜੀਵ ਦੇ ਗਿਆਨ ਇੰਦਰੇ ਉਹਦੇ ਵਸ ਵਿੱਚ ਕਰਦਾ ਹੈ, ਤਾਂ ਜੀਵ ਪਰਮਾਤਮਾ ਦਾ ਹੁਕਮ ਮੰਨਦਾ ਹੈ। ਫਿਰ ਉਸਦੇ ਕਹਿੰਦੇ ਜੀਵ ਦੇ ਜਿਹੜੀ ਹੈਗਾ ਸਰੀਰ ਰੂਪੀ ਬੇੜਾ ਉਹ ਤਰ ਜਾਂਦਾ। ਕਹਿੰਦੇ ਸਰੀਰ ਤਾਂ ਮਤਲਬ ਉਹਦਾ ਕਵਰ ਬਣਿਆ ਹੋਇਆ ਨਾ, ਮਤਲਬ ਹੈ ਤੇ ਆਤਮਾ, ਉਹ ਫਿਰ ਕਹਿੰਦੇ ਤਰ ਜਾਂਦੀ ਆ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ।
ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਜਿਸ ਜੀਵ ਦੀ ਕਹਿੰਦੇ ਮੱਤ ਇਸ ਤਰ੍ਹਾਂ ਦੀ ਹੋ ਜਾਂਦੀ ਆ ਨਾ ਕਿ ਉਹ ਆਪਣੇ ਗਿਆਨ ਇੰਦਰੀਆਂ ਨੂੰ ਆਪਣੇ ਵਸ ਵਿੱਚ ਕਰਕੇ ਪਰਮਾਤਮਾ ਦੀ ਭਗਤੀ 'ਚ ਲਾ ਲੈਂਦਾ, ਆਪਣੇ ਸਾਰੇ ਸਰੀਰ ਨੂੰ, ਆਪਣੇ ਮਨ ਨੂੰ, ਆਪਣੇ ਤਨ ਨੂੰ, ਕਹਿੰਦੇ ਫਿਰ ਉਹਦਾ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ। ਕਹੋ ਕਬੀਰ ਭਜ ਸਾਰਿੰਗ ਪਾਣੀ, ਉਰ ਵਾਰ ਪਾਰ ਸਭ ਏਕੋ ਦਾਨੀ। ਕਬੀਰ ਜੀ ਕਹਿੰਦੇ ਉਸ ਪਰਮਾਤਮਾ ਦੀ ਭਗਤੀ ਕਰ ਜਿਹੜਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਭ ਕੁਝ ਦੇਣ ਵਾਲਾ, ਉਹ ਇੱਕ ਪਰਮਾਤਮਾ ਹੈ। ਗੌੜੀ ਨੌ ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਕਹਿੰਦੇ ਜਦੋਂ ਮਾਂ ਦਾ ਪੇਟ ਛੱਡ ਕੇ ਬੱਚਾ ਬਾਹਰ ਆਉਂਦਾ ਹੈ, ਕਹਿੰਦੇ ਬਾਹਰ ਮਾਇਆ ਦੀ ਹਵਾ ਲੱਗਦਿਆਂ ਹੀ ਕਹਿੰਦੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਜੀਅਰਾ ਹਰ ਕੇ ਗੁਣਾ ਗਾਓ ਰਹਾਓ, ਕਹਿੰਦੇ ਹੇ ਜਿੰਦੇ ਉਸ ਪਰਮਾਤਮਾ ਦੇ ਗੁਣ ਗਾ। ਗਰਭ ਜੋਨ ਮੈਂ ਉਰਦ ਤਪ ਕਰਤਾ, ਤੋ ਜਠਰ ਅਗਨ ਮੈਂ ਰਹਿਤਾ। ਕਹਿੰਦੇ ਜਦੋਂ ਮਾਤਾ ਦੇ ਕਹਿੰਦੇ ਅੰਦਰ ਗਰਭ ਦੇ ਵਿੱਚ ਕਹਿੰਦੇ ਜਠਰ ਅਗਨੀ ਦੇ ਵਿੱਚ ਰਹਿੰਦਾ ਸੀ, ਪੁੱਠਾ ਲਟਕਿਆ ਸੀ, ਉਦੋਂ ਤਾਂ ਕਹਿੰਦੇ ਪਰਮਾਤਮਾ ਦਾ ਨਾਮ ਜਪਦਾ ਸੀ, ਉਹਦੀ ਭਗਤੀ ਕਰਦਾ ਸੀ। ਬਾਹਰ ਆਉਂਦਿਆਂ ਸਾਰੀ ਉਹਨੂੰ ਭੁੱਲ ਜਾਂਦਾ। 184 ਜੋਨ ਭਰਮ ਆਇਓ, ਅਬ ਕੇ ਛੁੱਟ ਕੇ ਠੌਹਰ ਨ ਠਾਇਓ। ਕਹਿੰਦੇ 84 ਲੱਖ ਜੂਨਾਂ 'ਚ ਭਟਕਦੇ ਭਟਕਦੇ ਨੂੰ ਇਹ ਮਨੁੱਖਾ ਸਰੀਰ ਮਿਲਿਆ। ਕਹਿੰਦੇ ਹੁਣ ਦਾ ਮਿਲਿਆ, ਜੇ ਤੂੰ ਇਹਨੂੰ ਸਫਲ ਨਹੀਂ ਕੀਤਾ ਫਿਰ ਕਹਿੰਦੇ ਪਤਾ ਨਹੀਂ ਕਦੋਂ ਮਿਲਣਾ ਕਿ ਮਿਲਣਾ ਵੀ ਨਹੀਂ। ਕਹੋ ਕਬੀਰ ਭਜ ਸਾਰਿੰਗ ਪਾਣੀ, ਆਵਤ ਦੀਸੈ ਜਾਤ ਨ ਜਾਣੀ। ਕਬੀਰ ਜੀ ਕਹਿੰਦੇ ਨੇ ਉਸ ਸਾਰਿੰਗ ਪਾਣ, ਉਸ ਪਰਮਾਤਮਾ ਦੇ ਨਾਮ ਨੂੰ ਜਪ, ਕਹਿੰਦੇ ਜੋ ਕਹਿੰਦੇ ਨਾ ਆਉਂਦਾ ਨਾ ਜਾਂਦਾ, ਕਹਿੰਦੇ ਜੋ ਸਦਾ ਰਹਿਣ ਵਾਲਾ। ਗੌੜੀ ਪੂਰਬੀ ਸੁਰਗ ਬਾਸ ਨਾ ਬਾਛੀਐ, ਡਰੀਏ ਨ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨੇ ਨ ਕੀਜੈ ਆਸ। ਰਮਈਆ ਗੁਣ ਗਾਈਐ, ਜਾਤੇ ਪਾਈਐ ਪਰਮ ਨਿਧਾਨ ਰਹਾਓ। ਕਹਿੰਦੇ ਹੇ ਜੀਵ, ਨਾ ਤਾਂ ਕਹਿੰਦੇ ਸੁਰਗ ਦੀ ਕਹਿੰਦੇ ਸਵਰਗ ਦੀ ਤਾਂਘ ਰੱਖ, ਨਾ ਹੀ ਕਹਿੰਦੇ ਨਰਕ ਵਿੱਚ ਨਿਵਾਸ ਹੋਣ ਤੋਂ ਡਰ। ਕਹਿੰਦੇ ਜੋ ਕਹਿੰਦੇ ਹੋਣਾ ਹੈ ਉਹੀ ਹੋ ਕੇ ਰਹਿੰਦਾ ਹੈ। ਮਨ ਦੇ ਵਿੱਚ ਆਸਾਂ ਬਣਾਉਣੀਆਂ ਛੱਡ ਦੇ, ਪਰਮਾਤਮਾ ਦੇ ਗੁਣ ਗਾ, ਉਹਦੇ ਗੁਣ ਗਾ ਕੇ ਉਸ ਪਰਮ ਨਿਧਾਨ ਖਜ਼ਾਨੇ ਨੂੰ ਪਾ ਲਾ, ਕਹਿੰਦੇ ਪਰਮਾਤਮਾ ਦੇ ਨਾਮ ਨੂੰ। ਕਿਆ ਜਪ ਕਿਆ ਤਪ ਸੰਜਮੋ, ਕਿਆ ਬਰਤ ਕਿਆ ਇਸਨਾਨ। ਜਬ ਲਗ ਜੁਗਤ ਨ ਜਾਨੀਐ, ਭਾਉ ਭਗਤ ਭਗਵਾਨ। ਕਹਿੰਦੇ ਜਦੋਂ ਤੱਕ ਪਰਮਾਤਮਾ ਨਾਲ ਪ੍ਰੇਮ ਕਰਨ ਦੀ ਤੇ ਪਰਮਾਤਮਾ ਦੀ ਭਗਤੀ ਕਰਨ ਦੀ ਕਹਿੰਦੇ ਤੈਨੂੰ ਤਰਕੀਬ ਨਹੀਂ ਹੈਗੀ, ਕੋਈ ਜਪ, ਕੋਈ ਤਪ, ਕੋਈ ਵਰਤ, ਕੋਈ ਤੀਰਥ ਇਸ਼ਨਾਨ ਕਿਸੇ ਕੰਮ ਨਹੀਂ ਹੈ। ਕਹਿੰਦੇ ਸਭ ਤੋਂ ਉੱਪਰ ਉਹਨੂੰ ਪ੍ਰੇਮ, ਉਹਦੀ ਭਗਤੀ, ਭਾਉ ਐਂਡ ਭਗਤੀ। ਸੰਪੈ ਦੇਖ ਨ ਹਰਖੀਐ, ਬਿਪਤ ਦੇਖ ਨ ਰੋਏ। ਜਿਉ ਸੰਪੈ ਤਿਉ ਬਿਪਤ ਹੈ, ਬਿਦਨੈ ਰਚਿਆ ਸੋ ਹੋਏ। ਕਹਿੰਦੇ ਸੁੱਖ ਨੂੰ ਦੇਖ ਕੇ ਖੁਸ਼ ਨਾ ਹੋ, ਤੇ ਜਦੋਂ ਤੈਨੂੰ ਤਕਲੀਫ ਆਉਂਦੀ ਹੈ ਫਿਰ ਰੋ ਨਾ। ਕਹਿੰਦੇ ਦੁੱਖ ਸੁੱਖ ਉਹ ਪਰਮਾਤਮਾ ਨੇ ਬਣਾਏ ਹੋਏ ਨੇ, ਇੱਕੋ ਸਮਾਨ ਰਹਿ, ਕਹਿੰਦੇ ਉਹਦੀ ਰਜ਼ਾ ਨੂੰ ਮੰਨ। ਕਹੇ ਕਬੀਰ ਅਬ ਜਾਣਿਆ, ਸੰਤਨ ਹਿਰਦੈ ਮਝਾਰ। ਸੇਵਕ ਸੋ ਸੇਵਾ ਭਲੇ, ਜਿਹ ਕਟ ਬਸੈ ਮੁਰਾਰ। ਕਬੀਰ ਜੀ ਕਹਿੰਦੇ ਨੇ ਹੁਣ ਜਦੋਂ ਪਤਾ ਲੱਗ ਗਿਆ ਨਾ ਪਰਮਾਤਮਾ ਕਿਤੇ ਨਹੀਂ ਰਹਿੰਦਾ, ਪਰਮਾਤਮਾ ਰਹਿੰਦਾ ਹੈ ਸੰਤਾਂ ਦੇ ਹਿਰਦੇ ਦੇ ਵਿੱਚ। ਹੁਣ ਕਹਿੰਦੇ ਉਹ ਸੇਵਕ ਚੰਗੇ ਲੱਗਦੇ ਨੇ ਜਿਹੜਾ ਸੇਵਕਾਂ ਦੇ ਕਹਿੰਦੇ ਹਿਰਦੇ ਵਿੱਚ ਪਰਮਾਤਮਾ ਵਸਦਾ, ਉਹਨਾਂ ਦੀ ਸੇਵਾ ਭਲੀ ਆ। ਕਹਿੰਦੇ ਗੌੜੀ ਰੇ ਮਨ ਤੇਰੋ ਕੋਇ ਨਹੀਂ, ਖਿੰਚ ਲੈ ਜਿਨ ਪਾਰ।
ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਕਹਿੰਦੇ ਹੇ ਜੀਵ, ਜਿਹੜੇ ਆਪਣੇ ਰਿਸ਼ਤੇਦਾਰ ਮਿੱਤਰਾਂ ਦੇ ਕਰਕੇ ਕਹਿੰਦੇ ਗਲਤ ਕੰਮ ਕਰਕੇ ਧਨ ਪੂੰਜੀ ਇਕੱਠਾ ਕਰਦਾ, ਕਹਿੰਦੇ ਵੀ ਕਿਸੇ ਦਾ ਸਹਾਰਾ ਨਹੀਂ ਤੈਨੂੰ ਹੈਗਾ। ਕਹਿੰਦੇ ਇਹ ਜੀਵਨ ਇਸ ਤਰ੍ਹਾਂ ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ ਬਸੇਰਾ ਹੁੰਦਾ। ਕਿੰਨੀ ਦੇਰ ਲਈ ਹੁੰਦਾ? ਰਾਤ ਕੱਟਣ ਲਈ ਆਉਂਦੇ ਨੇ, ਸਵੇਰ ਹੁੰਦੀ ਹੈ ਚਲੇ ਜਾਂਦੇ ਨੇ। ਇਸ ਤਰ੍ਹਾਂ ਹੀ ਅਸੀਂ ਇਸ ਸੰਸਾਰ ਵਿੱਚ ਆਏ ਹਾਂ। ਕਹਿੰਦੇ ਕਿਸੇ ਦਾ ਭਾਰ ਨਾ ਖਿੱਚ ਕਿ ਵੀ ਮੈਂ ਉਹਦੇ ਲਈ ਕਰ ਰਿਹਾ, ਮੈਂ ਉਹਦੇ ਲਈ ਕਰ ਰਿਹਾ। ਉਹਦਾ ਨਾਮ ਜਪ। ਰਾਮ ਰਸ ਪੀਆ ਰੇ, ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ ਰਹਾਓ। ਕਹਿੰਦੇ ਉਸ ਪਰਮਾਤਮਾ ਦਾ ਨਾਮ ਰੂਪੀ ਰਸ ਮੈਂ ਪੀਤਾ। ਕਹਿੰਦੇ ਜਦੋਂ ਉਹ ਰਸ ਪੀ ਲਈਦਾ ਨਾ, ਫਿਰ ਕਹਿੰਦੇ ਜਿਹੜੇ ਸੰਸਾਰ ਦੇ ਸਾਰੇ ਰਸ ਭੁੱਲ ਜਾਂਦੇ ਨੇ, ਕਿਉਂਕਿ ਉਹ ਰਸ ਸਰਬ ਸ੍ਰੇਸ਼ਟ ਰਸ ਹੈ। ਔਰ ਮੋਏ ਕਿਆ ਰੋਈਐ, ਜੋ ਆਪਾ ਥਿਰ ਨ ਰਹਾਏ, ਜੋ ਉਪਜੈ ਸੋ ਬਿਨਸ ਹੈ, ਦੁੱਖ ਕਰ ਰੋਵੈ ਬਲਾਏ। ਫਿਰ ਕਬੀਰ ਜੀ ਕਹਿੰਦੇ ਨੇ ਵੀ ਜੋ ਵੀ ਚੀਜ਼ ਪੈਦਾ ਹੋਈ ਹੈ ਇੱਥੇ, ਉਹ ਖਤਮ ਹੋਣ ਲਈ ਹੈ। ਫਿਰ ਕਹਿੰਦੇ ਕਿਉਂ ਕਹਿੰਦੇ ਦੁੱਖ ਦਾ ਰੋਣਾ ਕਰਨਾ ਹੋਇਆ? ਕਹਿੰਦੇ ਵੀ ਕਿਸੇ ਦੇ ਮਰਨ 'ਤੇ ਤਾਂ ਆਪਾਂ ਤਾਂ ਰੋਈਏ ਵੀ ਜੇ ਅਸੀਂ ਬੈਠੇ ਰਹਿਣਾ ਹੋਈਏ। ਇੱਥੇ ਸਥਿਰਤਾ ਕੋਈ ਵੀ ਨਹੀਂ, ਸਭ ਜਾਣ ਵਾਲਾ, ਸਭ ਜਗ ਚੱਲਣਹਾਰ। ਜਹ ਕੀ ਉਪਜੀ ਤਹ ਰਚੀ, ਪੀਵਤ ਮਰਦਨ ਲਾਗ, ਕਹਿ ਕਬੀਰ ਚਿਤ ਚੇਤਿਆ, ਰਾਮ ਸਿਮਰ ਬੈਰਾਗ। ਕਬੀਰ ਜੀ ਕਹਿੰਦੇ ਨੇ ਜਿਸ ਜੀਵ ਨੇ ਸਾਧਾਂ ਦੀ ਸੰਗਤ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੀ ਆਤਮਾ ਜਿੱਥੋਂ ਆਈ ਆ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀ ਆ। ਕਹਿੰਦੇ ਜਿਨ੍ਹਾਂ ਨੇ ਇਸ ਸੰਸਾਰ ਤੋਂ ਬੈਰਾਗ ਕਰਕੇ ਉਸ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੀ ਆਤਮਾ ਪਰਮਾਤਮਾ 'ਚ ਲੀਨ ਹੋ ਜਾਂਦੀ ਆ। ਰਾਗ ਗੌੜੀ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ, ਉਰ ਨਾ ਪੀਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਕਹਿੰਦੇ ਜਿਸ ਤਰ੍ਹਾਂ ਇੱਕ ਜੀਵ ਇਸਤਰੀ ਬਾਹਰ ਗਏ ਆਪਣੇ ਪਤੀ ਦੀ ਕਹਿੰਦੇ ਉਡੀਕ ਕਰਦੀ ਆ, ਉਸ ਤਰ੍ਹਾਂ ਹੀ ਜੀਵ ਇਸਤਰੀ ਜੋ ਕਹਿੰਦੇ ਉਸ ਪਰਮਾਤਮਾ ਨੂੰ ਮਿਲਣ ਦੀ ਆਸ ਰੱਖਦੀ ਆ, ਕਹਿੰਦੇ ਉਹ ਵੀ ਉਹ ਪਰਮਾਤਮਾ ਨੂੰ ਮਿਲਣ ਦੀ ਆਸ ਦੇ ਵਿੱਚ ਥੱਕਦੀ ਨਹੀਂ ਹੈਗੀ। ਕਹਿੰਦੀ ਉੱਭੇ ਸਾਹ ਲੈਂਦੀ ਆ। ਉਹਦਾ ਹਿਰਦਾ ਕਹਿੰਦੇ ਥੱਕਦਾ ਨਹੀਂ ਹੈਗਾ ਪਰਮਾਤਮਾ ਦੀ ਦੀਦਾਰ ਦੀ ਉਡੀਕ ਕਰਦਿਆਂ, ਨਾ ਹੀ ਕਹਿੰਦੇ ਉਹ ਖੜਿਆਂ ਥੱਕਦੀ ਆ। ਉਡੋ ਨ ਕਾਗਾ ਕਾਰੇ, ਬੇਗ ਮਿਲੀ ਜੈ ਆਪਣੇ ਰਾਮ ਪਿਆਰੇ ਰਹਾਓ। ਕਹਿੰਦੇ ਜਿਵੇਂ ਆਮ ਸੰਸਾਰ ਵਿੱਚ ਇਸਤਰੀ ਕਾਂ ਨੂੰ ਦੇਖ ਕੇ ਕਹਿੰਦੀ ਆ ਨਾ ਵੀ ਕੋਈ ਸੁਨੇਹਾ ਲਿਆਇਆ ਮੇਰੇ ਪਤੀ ਦੇ ਆਉਣ ਦਾ, ਇਸ ਤਰ੍ਹਾਂ ਹੀ ਕਹਿੰਦੇ ਜੀਵ ਇਸਤਰੀ ਕਹਿੰਦੀ ਆ ਵੀ ਹੇ ਕਾਂ ਉੱਡ, ਕੋਈ ਮੈਨੂੰ ਸੁਨੇਹਾ ਦੇ ਤਾਂ ਮੈਂ ਆਪਣੇ ਛੇਤੀ ਪ੍ਰੀਤਮ ਪਿਆਰੇ ਪਰਮਾਤਮਾ ਨੂੰ ਮਿਲਾਂ। ਕਹਿ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ, ਰਸਨਾ ਰਾਮ ਰਵੀਜੈ। ਕਬੀਰ ਜੀ ਕਹਿੰਦੇ ਨੇ ਜੀਵਨ ਪਦ, ਕਹਿੰਦੇ ਆਪਣੇ ਇਸ ਜੀਵਨ ਨੂੰ ਸਫਲ ਕਰਨ ਦੇ ਲਈ, ਸਭ ਤੋਂ ਉੱਤਮ ਪਦਵੀ ਪਾਉਣ ਦੇ ਲਈ, ਕਹਿੰਦੇ ਜੀਵਨ ਦੀ ਸਭ ਤੋਂ ਉੱਚੀ ਚੌਥੀ ਆਤਮਿਕ ਅਵਸਥਾ ਪ੍ਰਾਪਤ ਕਰਨ ਲਈ ਪਰਮਾਤਮਾ ਦੀ ਭਗਤੀ ਕਰ। ਕਹਿੰਦੇ ਇੱਕ ਉਹਦੇ ਨਾਮ ਨੂੰ ਆਪਣਾ ਸਹਾਰਾ ਬਣਾ ਅਤੇ ਆਪਣੀ ਰਸਨਾ ਦੇ ਨਾਲ ਉਹਦਾ ਨਾਮ ਜਪ, ਫਿਰ ਕਹਿੰਦੇ ਤੂੰ ਪਰਮ ਪਦ ਪਾ ਲਏਗਾ। ਉਹਦੀ ਭਗਤੀ ਕਰ, ਉਹਦੇ ਨਾਮ ਨੂੰ ਸਹਾਰਾ ਬਣਾ, ਇੱਕ ਸਹਾਰਾ, ਅਤੇ ਰਸਨਾ ਦੇ ਨਾਲ ਪ੍ਰੇਮ ਦੇ ਨਾਲ ਉਹਦਾ ਨਾਮ ਜਪ, ਫਿਰ ਕਹਿੰਦੇ ਪਰਮ ਪਦ ਮਿਲ ਜਾਂਦਾ, ਉਹਦੀ ਰਹਿਮਤ ਹੁੰਦੀ ਆ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ
ਅਨੇਕਾਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ, ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ। ਵਾਹਿ